ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧਨ ਸੁਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਆਰੀ ਸਤਿਗੁਰ ਚਰਨਾ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚਿਤੇਰੇ। ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਣੀ। ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਆਵੇ ਨ ਜਾਏ ਮੇਰਾ ਪ੍ਰਭ ਅਵਿਨਾਸੀ। ਤੁਮ ਮੇਰਵਾਨ ਦਾਸ ਹਮ ਲੀਨਾ, ਨਾਨਕ ਸਾਹਿਬ ਭਰਪੂਰ ਲੀਨਾ। ਤੁਮ ਮੇਰਵਾਨ ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੂਰ ਲੀਨਾ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਹਰ ਕੇ ਦਰਸ਼ਨ ਕੋ ਮਨ ਚਾਓ, ਹਰ ਕੇ ਦਰਸ਼ਨ ਕੋ ਮਨ ਚਾਓ। ਕਰ ਕਿਰਪਾ ਸਤ ਸੰਗ ਮਿਲਾਵੋ, ਤੁਮ ਦੇਵੋ ਆਪਣੋ ਨਾਉ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਜੇ ਆਪ ਜੀ ਕੈਮਰਾ ਔਨ ਕਰਕੇ ਬੈਠੋਗੇ ਤਾਂ ਜ਼ਿਆਦਾ ਅੱਛਾ ਹੋਏਗਾ, ਤਾਂ ਕਿ ਮਨ ਬਿਰਤੀ ਸ਼ਬਦ ਦੇ ਵਿਚਾਰ ਦੇ ਵਿੱਚ ਜੁੜਨ ਦੀ ਇੱਕ ਸੁੰਦਰ ਢੰਗ ਦੇ ਨਾਲ ਜੁਗਤੀ ਹੁੰਦੀ ਹੈ, ਜਿਹੜੀ ਧਿਆਨ ਚਿੱਤ ਲਾ ਕੇ ਅਸੀਂ ਜੇ ਇਸ ਗੁਰਬਾਣੀ ਵਿਚਾਰ ਨੂੰ ਸੁਣਾਂਗੇ। ਸੋ ਕਿ ਇਹ ਕਥਾ ਹੈ ਸਾਧ ਸੰਗਤ, ਕਿਉਂਕਿ ਇਹ ਕਥਾ ਗੁਰੂ ਸਾਹਿਬ ਹੀ ਕਰਵਾਉਣ 'ਤੇ ਇਹ ਕਥਾ ਹੁੰਦੀ ਹੈ। ਮੇਰੇ ਕੋਲ ਇੱਕ ਵਾਰੀ ਮਾਤਾ ਦਾ ਫੋਨ ਆਇਆ ਕਿਸੇ ਦਾ, ਕਹਿੰਦੀ ਵੀਰ ਜੀ ਮੇਰੇ ਬੱਚੇ ਨੂੰ ਕਥਾ ਸਿਖਾ ਦਿਓ। ਅਤੇ ਮੈਂ ਕਿਹਾ ਕਿੰਨਾ ਬੱਚੇ ਦੀ ਉਮਰ ਹੈ? ਕਹਿੰਦੀ 15 ਸਾਲ ਹੈ, ਪਰ ਉਹ ਕਥਾ ਕਰਨਾ ਚਾਹੁੰਦਾ ਹੈ। ਅਤੇ ਕਿੰਨਾ ਕੁ ਸਮਾਂ ਲੱਗਦਾ ਕਥਾ ਸਿੱਖਦਿਆਂ? ਮੈਂ ਕਿਹਾ ਜੀ ਮੈਨੂੰ 25-30 ਸਾਲ ਦੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਹੋ ਗਏ ਨੇ, ਅਤੇ ਮੈਨੂੰ ਤਾਂ ਹਾਲੇ ਤੱਕ ਸਮਝ ਨਹੀਂ ਆਈ ਕਿ ਕਥਾ ਕਰੀਦੀ ਕਿਵੇਂ ਹੈ। ਅਤੇ ਇਹ ਹਜ਼ਾਰਾਂ ਸਾਲ ਵੀ ਅਸੀਂ ਲੱਗੇ ਰਹੀਏ ਨਾ, ਅਤੇ ਕਥਾ ਕੋਈ ਕਰ ਨਹੀਂ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇਹ ਤਾਂ ਸਮਝੋ ਕਥਾ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਲੇਕਿਨ ਕਥਾ ਗੁਰੂ ਸਾਹਿਬ ਜੇ ਕਰਵਾ ਲੈਣ ਅਤੇ ਉਹਦਾ ਫਿਰ ਨਜ਼ਾਰਾ ਹੀ ਕੁਛ ਹੋਰ ਹੈ। ਇਹਦੀ ਕੋਈ ਇਹ ਨਹੀਂ ਕਿ ਇੰਨੇ ਦਿਨ 'ਚ ਕੋਈ ਸਿੱਖ ਲੇਗਾ, ਕਥਾ ਕੋਈ ਵੀ ਨਹੀਂ ਕਰ ਸਕਦਾ। ਕਿਆ ਹੂੰ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥਨਾ ਚਾਹੀ। ਮਹਾਰਾਜ ਕਹਿੰਦੇ ਨੇ ਮੈਂ ਦੇਖ ਲਿਆ, ਉਸ ਅਕਥ ਪਰਮਾਤਮਾ ਦੀ ਕੋਈ ਕਥਾ ਕਰ ਹੀ ਨਹੀਂ ਸਕਦਾ। ਅਤੇ ਇਹ ਕਹਿਣਾ ਹੀ ਕੁਐਸਚਨ ਹੀ ਗਲਤ ਹੈ ਕਿ ਕਥਾ ਸਿੱਖਣੀ ਹੈ ਅਤੇ ਕਥਾ ਕਿੰਨਾ ਸਮਾਂ ਲੱਗੇਗਾ। ਕਥਾ ਤਾਂ ਕੋਈ ਸਿੱਖ ਹੀ ਨਹੀਂ ਸਕਦਾ, ਇਹ ਪਰਮਾਤਮਾ ਕਰਵਾ ਲਵੇ, ਇਹ ਉਹਦਾ ਤਰਸ ਹੈ। ਸੋ ਆਓ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਜੋ ਚੱਲ ਰਹੀ ਲੜੀਵਾਰ ਸ਼ਬਦ ਹਜ਼ਾਰੇ, ਜਿਹੜੇ 7 ਸ਼ਬਦ ਹਨ। ਪਹਿਲਾ ਗੁਰੂ ਅਰਜਨ ਦੇਵ ਮਹਾਰਾਜ ਦਾ, 6 ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨੇ। ਇਹ ਬਿਲਾਵਲ ਰਾਗ ਦਾ ਸ਼ਬਦ ਹੈ।
ਪਿਛਲਾ ਵੀ ਬਿਲਾਵਲ ਰਾਗ ਆਰੰਭ ਹੋਇਆ ਸੀ, ਮੂਲ ਮੰਤਰ ਤੋਂ ਅਸੀਂ ਮਹਾਰਾਜ ਦੀ ਕਿਰਪਾ ਨਾਲ ਸੇਵਾ ਲਈ ਸੀ। ਅੱਜ ਬਿਲਾਵਲ ਰਾਗ ਦਾ ਦੂਜਾ ਸ਼ਬਦ ਹੈ, ਮਨ ਬਿਰਤੀ ਇਕਾਗਰ ਕਰੋ। ਗੁਰੂ ਨਾਨਕ ਪਾਤਸ਼ਾਹ ਕੀ ਇਸ ਸ਼ਬਦ ਦੇ ਵਿੱਚ ਸਾਨੂੰ ਸੰਦੇਸ਼ ਮੈਸੇਜ ਦਿੰਦੇ ਨੇ, ਉਹ ਅਸੀਂ ਸਰਵਣ ਕਰਨ ਦਾ ਯਤਨ ਕਰੀਏ। ਆਓ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਦੇ ਵਿੱਚ ਸਾਧ ਸੰਗਤ ਦਰਸ਼ਨਾਂ ਦੀ ਤਾਂਘ ਦੇ ਵਿੱਚ ਗੁਰੂ ਸਾਹਿਬ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਲੱਗੀ ਹੈ, ਔਰ ਕਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਰਹਿ ਕੇ ਉਸ ਪ੍ਰਭੂ ਪਰਮਾਤਮਾ ਦੇ ਅਸੀਂ ਸ਼ਬਦ ਰੂਪੀ ਦਰਸ਼ਨ ਕਰਨੇ ਨੇ। ਤਾਂ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਆਪਣੇ ਮਨ ਦੀ ਵੇਦਨਾ ਦੱਸੀ ਹੈ। ਮਹਾਰਾਜ ਤੇ ਦਰਸ਼ਨ ਪ੍ਰਤੱਖ ਆਪ ਨੇ, ਪਰ ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਦੀ ਵੀ ਕਿਸੇ ਨੂੰ ਹਲਕਾ ਕਹਿਣਾ, ਨੀਵਾਂ ਕਹਿਣਾ ਤੇ ਆਪਣੇ ਵੱਲ ਇਸ਼ਾਰਾ ਕਰਨਾ ਹੈ, ਕਿਸੇ ਨੂੰ ਚੰਗਾ ਕਹਿਣਾ ਹੈ ਤੇ ਫਿਰ ਦੂਜੇ ਵੱਲ ਇਸ਼ਾਰਾ ਕਰਕੇ ਕਹਿਣਾ ਹੈ। ਮਹਾਰਾਜ ਨੇ ਦੇਖ ਲਓ, ਬਾਣੀ ਪੜ੍ਹੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵੰਤ ਨਾਨਕ ਤਾਰੇ ਸੋਏ। ਮਹਾਰਾਜ ਨੇ ਆਪਣੇ ਆਪ ਨੂੰ ਇਹੀ ਕਿਹਾ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਦੁਨੀਆ ਦੇ ਲੋਕ ਕਹਿੰਦੇ ਨੇ ਮੈਂ ਚੰਗਾ, ਦੁਨੀਆ ਮਾੜੀ ਏ, ਪਰ ਗੁਰੂ ਸਾਹਿਬ ਕਹਿੰਦੇ ਨੇ ਮੈਂ ਮਾੜਾ ਵਾਂ, ਤੁਸੀਂ ਸਾਰੇ ਚੰਗੇ ਹੋ। ਪਰ ਗੱਲ ਇਹ ਵੇ, ਜਦੋਂ ਅਸੀਂ ਬਾਣੀ ਪੜਾਂਗੇ ਇਹ ਸਾਡੇ ਤੇ ਆਪਣੇ ਆਪ ਹੀ ਢੁਕ ਜਾਏਗੀ। ਅਸੀਂ ਵੀ ਫਿਰ ਇਹੀ ਕਹਾਂਗੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਤਾਂ ਗੁਰੂ ਮਹਾਰਾਜ ਇਸ ਸ਼ਬਦ ਵਿੱਚ ਆਪ ਤੇ ਪਰਮਾਤਮਾ ਨਾਲ ਇੱਕ ਮਿਕ ਨੇ, ਦਰਸ਼ਨ ਨੇ, ਆਪ ਪ੍ਰਤੱਖ ਹਰੀ ਨੇ। ਗੁਰੂ ਅਰਜਨ ਪ੍ਰਤੱਖ ਹਰ, ਉਹ ਤੇ ਆਪ ਹਰੀ ਦਾ ਰੂਪ ਨੇ। ਪਰ ਸਾਡੇ ਮਨ ਨੂੰ ਇਹ ਇੱਕ ਖਿਆਲ ਲਿਆਉਣਾ ਚਾਹੁੰਦੇ ਨੇ ਕਿ ਦੁਨੀਆ ਦੀਆਂ ਜਿਹੜੀਆਂ ਤੁਸੀਂ ਨਸ ਦੌੜ ਭੱਜ ਜਿਹੜੀ ਤੁਸੀਂ ਲਾਈ ਹੈ, ਕਦੀ ਕਿੱਥੇ ਇਸ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਮਿਲਣ ਦੀ ਇਹ ਤਾਂਘ ਰੱਖੋ। ਤੇ ਮਹਾਰਾਜ ਉਸ ਰਹਾਉ ਦੇ ਬੰਦ ਤੋਂ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ, ਹਰ ਸ਼ਬਦ ਦਾ ਕੇਂਦਰੀ ਭਾਵ, ਸੈਂਟਰਲ ਆਈਡੀਆ ਕਹਿ ਲਓ, ਤੱਤ ਸਾਰ ਜਿਹੜਾ ਹੁੰਦਾ ਹੈ, ਉਹ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਨੇ ਦੱਸਿਆ ਹੁੰਦਾ ਹੈ। ਫਿਰ ਉਹ ਸਾਰਾ ਸ਼ਬਦ ਉਸ ਦੇ ਆਲੇ ਦੁਆਲੇ ਹੀ ਉਸ ਸ਼ਬਦ ਦੀ ਵਿਚਾਰ ਕਰ ਰਿਹਾ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਮੇਰੀ ਮਾਈ, ਮੇਰੀ ਮਾਂ। ਦੇਖੋ ਮਹਾਰਾਜ ਕਿਸ ਤਰ੍ਹਾਂ ਕਹਿੰਦੇ ਨੇ, ਹੇ ਦਿਆਲ ਪੁਰਖ ਵਾਹਿਗੁਰੂ, ਸੇਤੀ ਹੁੰਦਾ ਨਾਲ, ਮੇਰਾ ਮਨ ਹੈ ਨਾ ਜਿਹੜਾ, ਮਨ ਬੇਦਿਆ, ਮਨ ਮੇਰਾ ਵਿੰਨਿਆ ਗਿਆ ਤੁਹਾਡੇ ਦਰਸ਼ਨਾਂ ਦੀ ਤਾਂਘ ਵਾਸਤੇ। ਕਈ ਵਾਰੀ ਬੰਦੇ ਦਾ ਮਨ ਨਹੀਂ ਵਿੰਨਿਆ ਹੁੰਦਾ ਕਿ ਇਹ ਚੀਜ਼ ਚਾਹੀਦੀ ਹੈ, ਕੋਈ ਬਿਜ਼ਨਸ ਦੇ ਵਿੱਚ ਜਾਂ ਕੋਈ ਮਾਇਆ ਦੀ ਹੋੜ ਲੱਗੀ ਹੁੰਦੀ ਹੈ, ਉਹਦਾ ਮਨ ਵਿੰਨਿਆ ਹੁੰਦਾ ਉਹਦੇ ਵਿੱਚ, ਬਈ ਕਿਸੇ ਤਰੀਕੇ ਮੈਨੂੰ ਇਹ, ਅਸੀਂ ਦੁਨਿਆਵੀ ਲੋਕ ਹਾਂ, ਮਾਇਕ ਪਦਾਰਥਾਂ ਦੀ ਮੰਗ ਸਾਡੀ ਹਮੇਸ਼ਾ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿੱਥੇ ਇਸ ਮਨ ਦੇ ਅੰਦਰ ਉਸ ਪ੍ਰਭੂ ਦੇ ਦਰਸ਼ਨਾਂ ਦੀ ਤੂੰ ਤਾਂਘ ਪਾ, ਤੇਰਾ ਮਨ ਇਸ ਤਰ੍ਹਾਂ ਵਿੰਨੇ। ਇਹ ਮੇਰੀ ਮਾਂ, ਇਹ ਦਿਆਲ ਦੇ ਪੁਰਖ ਵਾਹਿਗੁਰੂ, ਦਇਆ ਕਰਨ ਵਾਲੇ ਜੀਆਂ ਤੇ ਮੇਰਾ ਮਨ ਵਿੰਨਿਆ ਹੋਇਆ ਹੈ। ਕੌਣ ਜਾਣੇ ਪੀਰ ਪਰਾਈ, ਮੇਰੀ ਇਹ ਪੀੜਾ ਨੂੰ, ਪੀਰ ਹੁੰਦੀ ਹੈ ਪੀੜਾ, ਜਿਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ, ਏਕ ਏਕ ਕੀ ਪੀੜ ਪਛਾਨੈ। ਉਹ ਸਾਡੇ ਹਰ ਇੱਕ ਦੀ ਅੰਦਰ ਦੀ ਪੀੜਾ ਜਾਣਦੇ ਨੇ। ਤੁਸੀਂ ਨਾਮ ਹੀ ਬੋਲੋ ਨਾ, ਜੇ ਤੁਸੀਂ ਦੁਖੀ ਹੋ, ਤੁਸੀਂ ਅਰਦਾਸ ਵਿੱਚ ਲਫ਼ਜ਼ ਨਾਮ ਹੀ ਬੋਲੋ, ਉਹ ਤਾਂ ਵੀ ਤੁਹਾਡੀ ਪੀੜਾ ਜਾਣ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਰੱਬ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਸਾਡੇ ਅਰਦਾਸ ਦੇ ਵਿੱਚ ਸ਼ਬਦ ਹੁੰਦੇ ਨੇ, ਪਰਿਵਾਰ ਦੀਆਂ ਬੇਨਤੀਆਂ ਹੁੰਦੀਆਂ ਨੇ, ਅਸੀਂ ਮਜਬੂਰੀ ਹੁੰਦੀ ਅਸੀਂ ਉਹਨੂੰ ਯੂਜ਼ ਕਰਨੇ ਆ। ਪਰ ਅਰਦਾਸ ਤੇ ਉਹ ਬਿਨ ਬੋਲੀਆਂ ਹੀ ਜਾਣਦਾ, ਜਾਣੇ ਬਿਰਥਾ ਸਭਾ ਮਨ ਕੀ। ਤੋ ਮਹਾਰਾਜ ਕਹਿੰਦੇ ਨੇ ਮੇਰੀ ਇਸ ਪੀੜਾ ਨੂੰ ਕੌਣ ਜਾਣਦਾ ਹੈ, ਕੋਈ ਨਹੀਂ ਜਾਣਦਾ। ਕੌਣ ਜਾਣੇ ਪੀਰ ਪਰਾਈ, ਕਿ ਮੈਨੂੰ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ।
देखो ये तो कोई डॉक्टर भी नहीं दस सकता कि इस पीड़ा ਨੂੰ मैं किस तरह दूर करा, क्योंकि ਜਿਹੜਾ जिन्हें दर्शन किए होणगे वही दस सकता है। महाराज कहते ने मैं किसी होर दे अगे की दुख दर्द किसी दे अगे रखा। वैसे भी गुरसिख नूं अपना दर्द दुख किसी बंदे अगे नहीं रखना चाहिए, गुरु दे अगे रखना चाहिए। क्योंकि दुख तिसै पे आखिए सुख जिसे ही पास। दुख उहदे अगे रखो जिहदे कोल सुख ने। देखो मेरे को सुख ही नहीं तो मेरे अगे कोई दुखड़ा रखे तो मैं उहदा दुख कढ़ सकना। हाँ मैं दुख उहदा नहीं कढ़ सकदा, पर उहनूं मैं अपने चार दुख होर दस सकना वा। किस पे खोलू गंठड़ी दुखी पर आया। किदे खोले अगे मैं गंठड़ी अपने मन की खोलां, पर जदों मैं मन की गठड़ी खोली कि मैनू ये दुख ने, वो कहंदा भरावा तू की दुखी है, तेरे तो ज़्यादा तो मैं दुखी हाँ। बाली रोवे नाहे पतार नानक दुखिया सब संसार। सारा ही संसार दुखी है। दसो केड़ा नहीं दुखी? कोई किसी कारण है, कोई शरीर करके दुखी है, कोई रोगां करके दुखी है, कोई विकारां करके दुखी है, किसी को धन पदार्थ नहीं है, किसी के घर औलाद नहीं है, किसी घर औलाद होंदियां कहने विच नहीं है। हर बंदा दुखी है। तो दुखी फिर पीड़ मैं किदे अगे रखा? महाराज कहते ने कौन जाने पीर पराई हम नाही चिंत पराई। कहते ने मैं किसी अपनी चिंता नूं ना रब तो इलावा किसी दे अगे नहीं खोलदा। बड़ी वड्डी गल गुरु नानक पातशाह ने इस रहाव के बंद विच दस दिती है। सिखा तेरे कदी भी दुख आ जाए, तू अपनी वेदना जिहड़ी है वो गुरु दे सन्मुख रख। मैं ताण दीवान तू है मेरे स्वामी, मैं तुद आगे अरदास, मैं होर थाओ नाही जिस पे करो बेनंती, मेरा दुख सुख तुझ ही पास। कदों भी दुख आवे सुख आए शेयर करो तो गुरु दे नाल करो, क्योंकि गुरु उस तेरी दुख की घड़ी नूं कट्टण दे योग है। सुख दे विच परमात्मा खुश होंदा है। संतन दुख पाए ते दुखी, सुख पाए साधन के सुखी। होर कोई तुहाडी खुशी विच खुश होवे ना होवे, तुहाडे शरीक तुहाडे रिश्तेदार तुहाडी खुशी च खुश नहीं होणगे, पर रब सब तो ज़्यादा खुश होंदा है। असी उसनूं मित्र बनाए ही नहीं। ਜਿਹੜਾ ਸਾਡੇ ਕੋਲ ਸੀ संग सहाई सो आवे ना चीत, जो बहराई तां स्यों प्रीत। ਜਿਹੜਾ ਸਾਡੇ बेगाने सन असी उन्हां नाल मित्रता पा ली, उन्हां नाल प्रीत पा ली, पर ਜਿਹੜਾ सच सी ਜਿਹੜਾ तेरे संग रहना सी ਉਹਨੂੰ असी मित्र बनाया ही नहीं, क्योंकि ਉਹਨੂੰ मित्र समझिया ही नहीं। गुरबाणी विच गुरु नानक पातशाह ने गुरु अर्जन देव महाराज ने मित्र बना के परमात्मा नाल गल सुन यार हमारे सज्जन वाह वाह एक करो बेनंती, तिस मोहन लाल प्यारे हों फिरों खुजंतियाँ, तिस दस प्यारे सिर धरी उतारे एक भोरी दर्शन दीजै। की कह रहे हैं यार कह के? यार किनू कहते हैं? जे दुनिया च मैं किसी नूं यार कहां ना तो मैनू गुस्से होएगा बंदा, यार यार वर्ड है कोई, पर रब नूं यार कह के गुरु साहब पुकार रहे हैं। ये जे मित्रता रब ने गुरु ने मित्रता दुनिया नाल विखावे दी बनाई है। मैं पहला याद असी करके आए ना, लोगन स्यो मेरा ठाठा भागा, पर सही जिहड़ी मित्रता है ना गुरु साहब कहते हैं मैं तुहाडे नाल बनाई है। तो हुण की है हम ना ही चिंत पर आई, मैं हुण किसे दे आस नहीं रखदा। अपनी चिंतावां अपने दुख अपने रोग अपने मन की वेदना मैं गुरु साहब परमात्मा जी मैं तुहाडे अगे रखना वा, क्योंकि तुसी कट्टण विच समर्थ हो, तुसी सुनोगे। देखो जब मैं परमात्मा के दर्शनां दी तांग होए तो मैं किहदे अगे बेनती करांगा? ओबीसली असी परमात्मा के अगे करांगे। गुरु साहब कहंदे ने मेरे अंदर मेरा मन विन्या होया है और मैं उस प्रभु परमात्मा के दर्शनां दी तांग वास्ते जिस जन को प्रभ दरस प्यासा नानक ताके बल बल जासा।
कदी सानू भी ये दर्शन की तांग आई है? असी भी गुरु नूं सामने वेख के गुरु दे प्रतख दर्शन करके सानू खेड़ा आया कदी? तन मन होए निहाल जां गुरु देखा सामने? नहीं आया, क्योंकि असी मित्रता पाई नहीं। असी संबंध ही अपनी लोड़ां दे मुताबक ही गुरु नूं समझिया कि दुनियावी लोड़ां वास्ते ही गुरु है। कदी गुरु नूं गुरु दी उस अवस्था विच सोचीए कि गुरु मैं तुहाडे अज कोई कारज, कोई वेदना, कोई दुनिया दियां कोई भी मैं वस्तु मंग लैके नहीं आया, अज मैं सिर्फ ते सिर्फ तुहाडे दर्शन करन आया। तो दर्शन करन वास्ते फिर गुरु साहब कहंदे ने हुण मैनू कोई मैं अपनी चिंता किसे दे अगे नहीं रख रहा, मैं हुण तुहाडे अगे रख रहा। तो शब्द की आरंभता करते मारे कहते ने मन मंदर तन वेस कलंदर घट ही तीरथ नावा। कहते ने हुण जदों मैनू रब दे दर्शनां दी तांग होई ना, मैं हुण मन नूं ही मंदिर बना लिया, हुण मन नूं ही रब दा घर बना लिया। वैसे तो रब दा घर ही है, जिथे रब वसदा है वो रब दा घर ही है, सारा संसार ही रब दा घर है। पर असी घर नूं रब नूं इन्ने नेड़े होके देखिया ही नहीं। कई मेरे वर्गे अज भी गुरुद्वारियां विच ही रब लभ रहे हैं। यह नहीं कि गुरुद्वारे विच रब नहीं, मतलब है नहीं है। अज कई मंदिरां दे विच रब लभ रहे हैं, कई तीर्थां ते रब लभ रहे हैं, कई मस्जिदां विच रब लभ रहे हैं। महाराज कहते ने वो रब तेरे अंदर ही है। गुरुद्वारे जाना है, हिंदू भाई ने मंदिर जाना है, मुसलमान ने मसीद जाना है, पर उत्थे ये सोच के नहीं जाना रब उत्थे वसदा है। यही भुलेखे सन। दखण देश हरी का बासा, पश्चिम अल्लाह मुकामा। मुसलमाना ने सोच लिया अल्लाह तो खाली मक्के वाली है, तो हिंदू वीरां ने सोच लिया कि हरी दखण जगन्नाथपुरी वाली है। ये भुलेखे सन। महाराज कहते ने दिल में खोज दिले में खोजो, यही ठोर मुकामा। रब तो तेरे अंदर ही है। हाँ, बाहर जाना है गुरुद्वारे, गुरुद्वारियों ज्ञान लैके इस गल का कि रब तेरे अंदर है, ये चीज़ का है। रब उत्थे भी है, रब घर भी है, घर अपने हिरदे रूपी। महाराज कहते हैं उस घर नूं मैं मंदिर बना लिया। हुण जिथे घर धर्मसाल हो जाए, गुरुद्वारा हो जाए, तो उत्थे फिर की होएगा? हर वेले तुसी गुरुद्वारे जाओगे, की होएगा उस गुरुद्वारे अंदर? मन नूं जे मंदिर बना लिया, हुण सीसगंज साहब जाओ, बंगला साहब जाओ, दरबार साहब जाओ, 24 घंटे की होएगा? गुरबाणी पढ़ी जाएगी, कीर्तन होएगा, सेवा होंदी होएगी, यही होएगा ना। महाराज कहते ने हुण मेरा मन ही ही गुरुद्वारा बन गया, मैं मन नूं ही मंदिर बना लिया। तन वेस कलंदर, कहते जिहड़ा मेरा वेस है ना बाहर दा, वो मैं फकीरां वाला बना लिया, सादगी वाला। अज बड़ी होड़ लगी है मैनूं कहन देना, खास तौर ते बीबियां नूं वध तो वध वन सुवन्ने फैशन करके असी दुनिया नूं दिखा रहे हैं, अपनी नुमाइश कर रहे हैं। गुरु साहब कहते ने जीवन दे विच सादगी वाला वेस रख। असी दुनिया नूं अपने वाल वेस कर ध्यान देना, वेस बना के दुनिया नूं क्यों अट्रैक्ट करना है अपने वाल कि मैं सोहना वा? यही कहना है ना, मैसेज तो यही है ना। ये नहीं मैं कह रहा तैयार ना हो, ऐसे पद्धर फैशन ना करिए। महाराज कहते ने मैं मन तन दे अंदर एक सादगी वाला वेस ले लिया। हुण दुनिया विच विचरना, मनु दुनिया नूं खुश करके वेस नाल मनु कोई रब की प्राप्ति नहीं होनी। जे दुनिया नूं जिन्ना मर्जी खुश कर लो, महाराज कहते ने जे जो चारे आरजा होर दसूनी नवा खंडा विच जाणीए, नाल चले सब कोए, चंगा नाउ रखाए कै जस कीरत जग ले,
पर जे तिस नदर ना आवे तो बात ना पूछेंगे। जिन्ना मर्जी असी वेस अच्छा बना लीए, पर वेस बना के दुनिया खुश करके तैनू रब की प्राप्ति नहीं होनी है। बुल्ला शाही वो कहता चल बुलिया उथे चलीए जिथे सारे अन्ने, ना कोई सानू देखे सियाणे ना कोई मन्ने। कहते उथे चल बुलिया जिथे सानू कोई देखे ही ना। असी दुनिया नू दिखा के की करना है कि मैं इन्ना सोहना वा। सोहना दिखाना ही तो परमात्मा दे अगे सोहना बन। दुनिया नू सोहना विखा के तैनू कुछ नहीं मिलना। कपड़े पा, सादगी च पा, नुमाइश ना कर। दुनिया नू विखा के की वाह ले लेनी आ। मन नू जे काबू करना ही तो बाहरले वस्त्रां नू सादगी विच लियाना पेगा। तैनू कोई वेख के ये ना कहे कि ये किस तरह के वस्त्र, तुसीं सादगी वस्त्र पाए होणगे, तुहाडे वल ध्यान जाएगा ही नहीं किसी का। तो कहते असीं दुनिया का ध्यान अपने वाल लियाना ही करके करना की है। चार बंदे मैनू वेख के वाह वाह कह गए तो मेरे 20,000 का 50,000 का मेरा वो ड्रैस का लग गया तो मैं उसनूं की खटिया। यही हुंदा मैं सादगी दे वस्त्र पाए हुंदे ते दुनिया दी ते नहीं पर बाबे नानक दी बड़ी वाह वाह मिल जानी सी मैनू कि मेरे बच्चे ने मेरे अकॉर्डिंग अपने वस्त्रां नूं धारण कीता है। सो रोह विचार गुरु साहब कहते हैं मैं मन नूं मंदिर बना लिया ते तन वेस कलंदर। और बड़ा ही सादगी वाला वस्त्र। बाबा होर पैनन खुशी खुआर, जित पैदे तन पीड़िए मन में चले विकार। घट ही तीरथ नावा। कहते ने मैं घट नूं ही हिरदे नूं ही तीरथ बना लिया। हुण मैनूं कित्थे बाहर टैची लैके कित्थे तीर्थां ते जाण दी लोड़ नहीं है। तीरथ मेरे अंदर ही है, क्योंकि गुरुद्वारा अंदर है, अंदर ही तीरथ है। असी गुरुद्वारे जाने हुण महाराज ते कहंदे रामदास सरोवर नाते सब उतरे पाप कमाते। ये तो गुरु रामदास पातशाह ने कहा है, पर यह बाणी तो गुरु नानक पातशाह दी है। महाराज कहते घट ही तीरथ नाम, एक तो वह सरोवर है। महाराज कहते ने ये अंदर दे सरोवर बना। सुनिया मनिया मन कीता भाओ, अंतरगत तीरथ मल नाओ। असी अंदर दा इशनान करना है। लोकी बाहर दे इशनान करके बावले होए पे ने। मन कामना तीरथ दे छुटे। मन दे विच कामना है कि तीर्थां ते जाके उधार होएगा, पर साध संगत तीरथ ते तेरे अंदर सी। तीरथ नहावन जाओ, तीरथ नाम है, वो तो नाम है तीरथ, वो तो तेरे अंदर घट ही तीरथ नहावा। महाराज कहते मैं जदों उठना वा उस मंत्र वाहिगुरु वाहिगुरु जपना, मैं अंदर ही इशनान कर लेना। ये तुसी भी इशनान ही कर रहे हो। एक तो बाहरली कर लिया, सवेरे उठ के तुसी बैठे हो, वो तो बाहरली इशनान है। जिहड़ा अंदर दा इशनान है ना, वो मन दा है। ते मन दा कोई आकार नहीं है। मन ने विचारां दा एक संग्रह है, विचारां दी एक पोटली है। वो मन है जो साडे विचार ने। असी ओदा इशनान करना है। ओनू इशनान, वो धोपे नावे कै रंग, पर असी कीता कि उस दे उत्ते पानी पा के ते उन्हें धो रहे हैं, तो वो मन शुद्ध नहीं हो रहा। तन धोते मन हच्छा ना होए। तन धोन दे नाल मन नहीं साफ हो सकता। मन होएगा गुरु दे शब्द दे विचार दे नाल धोता जाए। जो बाणी सुन रहे हो ना, तुसी इशनान ही तो कर रहे हो। सुने सत संतोख ज्ञान, सुने 68 का इशनान, 68 तीर्थां दा इस वेले तुसी इशनान कर रहे हो। जो गुरु दी बाणी पढ़ते हो सुनते हो, तो गुरु साहब कहते ने घट ही तीरथ नावा, एक शब्द मेरे प्राण बसत है, बहुड़ जन्म ना आवा। एक शब्द कहते ने मेरे हिरदे रूपी घर दे विच, मेरे प्राणा दे विच वस गया। प्राणा च तो वही चीज़ वसदी है जिहड़ी टिकाणी पवे। अज दुनिया दे लोग गा रहे ने, ये नहीं कि मैं वाहिगुरु वाहिगुरु नहीं कह रहे, राम राम नहीं कह रहे ने,
राम राम सबको कहे कहिए राम ना होए, गुर प्रसादी राम मन वसे ਤਾਂ फल पावे कोए। ਜਦੋਂ तक राम मन विच नहीं, देखो ये कंठे तक है, गले तक है, फिर हिरदे विच जाना है, हिरदे तो बाद धुन्नी विच जाना है, फिर साडे हड्डां दे विच जाना है, फिर साडे खून दे विच जाना है, फिर साडे प्राणां दे विच जाना है। जब तक प्राणां दे विच हर प्राण दे अंदर साडे वाहिगुरू नहीं चलेगा ना, गल बननी नहीं है। महाराज कहते ने एक शब्द मेरे प्राण बसत है। ਇਹ ਜਿੰਦੀ ਜਾਗਤੀ ਤੁਹਾਨੂੰ ਉਦਾਹਰਨ ਦੇ ਦਈਏ, ਤੁਹਾਨੂੰ ਚੇਤੇ ਹੀ ਹੋਏਗੀ। ਬਿਰਤੀ ਲੈ ਜਾਓ ਚਾਂਦਨੀ ਚੌਂਕ ਉਸ ਧਰਤੀ ਤੇ ਸੀਸਗੰਜ ਸਾਹਿਬ, ਜਿੱਥੇ ਆਰੇ ਨਾਲ ਦੋ ਫਾੜ ਕੀਤੇ ਗਏ ਭਾਈ ਮਤੀ ਦਾਸ ਜੀ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਨੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ। ਦੋ ਫਾੜ ਹੋ ਗਏ, ਪਰ ਉਹਦੇ ਵਿੱਚੋਂ ਵੀ ਗੁਰਬਾਣੀ ਦੀ ਪੰਕਤੀਆਂ ਆ ਰਹੇ ਨੇ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾ। ਉਹ ਪ੍ਰਾਣਾਂ ਦੇ ਵਿੱਚੋਂ ਆ ਰਿਹਾ ਹੈ, ਹੱਡਾਂ ਦੇ ਵਿੱਚੋਂ ਆ ਰਿਹਾ ਹੈ, ਰਗਾਂ ਦੇ ਵਿੱਚੋਂ ਆ ਰਿਹਾ ਹੈ। ਉਹ ਅੰਦਰ ਤੱਕ, ਸਾਡਾ ਕੰਠ ਤੱਕ ਹੈ ਬੋਲਣਾ, ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵੜ ਗਿਆ, ਧੁੰਨੀ ਵਿੱਚ ਚਲਾ ਗਿਆ, ਪ੍ਰਾਣਾਂ ਦੇ ਵਿੱਚ ਚਲਾ ਗਿਆ, ਉਹ ਤੇ ਫਿਰ ਉਹਨਾਂ ਦੇ ਹਿਸਾਬ ਨਾਲ ਤੇ ਦੋ ਫਾੜ ਹੋ ਗਏ, ਪਰ ਉਹਨਾਂ ਦੇ ਮਨ ਨੂੰ, ਉਹਨਾਂ ਦੀ ਸੁਰਤ ਨੂੰ ਕੋਈ ਦੋ ਫਾੜ ਨਹੀਂ ਕਰ ਸਕਿਆ। ਸਰੀਰ ਦੋ ਫਾੜ ਹੋ ਗਿਆ, ਮੰਨ ਲਿਆ। ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਤੋਂ ਸੀਸ ਅਲੱਗ ਕਰਤਾ, ਦੋ ਹਿੱਸੇ ਕਰਤੇ, ਧੜ ਵੱਖਰਾ ਹੋ ਗਿਆ, ਸੀਸ ਚਲਾ ਗਿਆ ਅਨੰਦਪੁਰ ਸਾਹਿਬ, ਧੜ ਰਕਾਬਗੰਜ ਸਾਹਿਬ। ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੋ ਫਾੜ ਕਰਤਾ? ਨਹੀਂ, ਸਰੀਰ ਹੋ ਗਿਆ। ਸਰੀਰ ਤੇ ਵੈਸੇ ਵੀ ਮਿੱਟੀ ਹੋਣਾ ਹੈ, ਇਹ ਤੇ ਵੈਸੇ ਹੀ ਸੜਨਾ ਹੈ, ਖਤਮ ਹੋਣਾ ਹੈ। ਉਹਨਾਂ ਦੀ ਸੁਰਤ ਨੂੰ ਕੋਈ ਦੋ ਫਾੜ ਨਹੀਂ ਕਰ ਸਕਿਆ। ਕਿਉਂ ਨਹੀਂ ਕਰ ਸਕਿਆ ਪਤਾ ਹੈ? ਕਿਉਂਕਿ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਸ਼ਬਦ ਦਾ ਵਾਸਾ ਹੈ। ਸਾਡਾ ਸ਼ਬਦ ਦਾ ਵਾਸਾ ਕੰਠ ਤੱਕ ਹੈ। ਅਰਦਾਸ ਕਰੋ ਮੇਰੀ ਵੀ ਆਪਣੀ ਵੀ, ਕਿ ਹਿਰਦੇ ਦੇ ਵਿੱਚ ਵਸ ਜਾਏ। ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਬਹੁੜ ਜਨਮ ਨਾ ਆਵਾਂ। ਹੁਣ ਤੁਸੀਂ ਕੀ ਮਤਲਬ ਸਮਝਦੇ ਹੋ ਕਿ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਜੂਨੀਆਂ ਵਿੱਚ ਆਏ ਨੇ? ਫਿਰ ਕੱਟ ਗਿਆ, ਕਿਉਂਕਿ ਅੰਦਰ ਵਸਾ ਲਿਆ ਹੈ। ਅਸੀਂ ਬਾਹਰ ਤੱਕ ਰਹਿ ਗਏ। ਜਿਨ੍ਹਾਂ ਨੇ ਦੋ ਫਾੜ ਹੋ ਗਏ, ਦੋ ਫਾੜ ਹੋਣ ਤੋਂ ਬਾਅਦ ਵੀ ਭਾਈ ਮਤੀ ਦਾਸ ਜੀ ਨੂੰ ਦੋ ਫਾੜ ਨਹੀਂ ਕਰ ਪਾਏ। ਉਹ ਜੂਨੀਆਂ 'ਚ ਆਏ ਹੀ ਨਹੀਂ। ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਨਾ, ਭਾਵੇਂ ਕਿਸੇ ਰੂਪ ਵਿੱਚ ਕਰ ਰਹੇ ਹਾਂ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਜਦੋਂ ਗਲੇ ਤੋਂ ਸਾਡੇ ਹਿਰਦੇ ਵਿੱਚ ਚਲੀ ਗਈ ਵਾਹਿਗੁਰੂ ਦੀ ਮੰਤਰ, ਅੱਜ ਤੇ ਸਾਨੂੰ ਭੁਲੇਖੇ ਹੀ ਬੜੇ ਪਾਈ ਜਾ ਰਹੇ। ਵਾਹਿਗੁਰੂ ਕਿਵੇਂ ਕਹਿਣਾ ਵੇ, ਕਿਸ ਤਰ੍ਹਾਂ ਕਹਿਣਾ, ਲੇਟ ਕੇ ਕਹਿਣਾ, ਬਹਿ ਕੇ ਕਹਿਣਾ, ਕਿਸ ਤਰ੍ਹਾਂ ਬਹਿਣਾ? ਅਰੇ ਨਹੀਂ ਭਾਈ, ਪਿਓ ਨੂੰ ਯਾਦ ਕਰਦੇ ਹੋ, ਕੋਈ ਪੋਜੀਸ਼ਨ ਬਣਾਉਂਦੇ ਹੋ? ਉਠਤ ਬੈਠਤ ਸੋਵਤ ਨਾਮ ਕੋ ਨਾਨਕ ਜਨ ਕੇ ਸਦਕਾਮ। ਉਹਨੂੰ ਤੇ ਜਿਸ ਟਾਈਮ ਮਰਜ਼ੀ, ਜਿਵੇਂ ਕੋਈ ਕਹਿੰਦੇ ਵਾਹਿਗੁਰੂ ਕਹਿਣਾ, ਕਿਵੇਂ ਕਹਿਣਾ? ਨਹੀਂ ਭਾਈ, ਅੱਖਰ ਹੀ ਵਾਹ ਹੈ ਗੁਰੂ, ਇਹੀ ਸਾਡਾ ਅੱਖਰ ਹੈ। ਭੁਲੇਖੇ ਨਿਚ ਨਾ ਪਈਏ ਤੇ ਕੋਈ ਅਸੀਂ ਦੁਵਿਧਾਵਾਂ ਗੁੰਝਲ ਵਿੱਚ ਨਾ ਪਈਏ। ਉਹ ਸ਼ਬਦ ਕਿਹੜਾ ਵੇ? ਜਿਹੜੇ ਪੰਜ ਪਿਆਰੇ ਦਿੰਦੇ ਨੇ, ਉਹ ਵਾਹਿਗੁਰੂ ਮੰਤਰ ਹੈ ਬਸ, ਇਸ ਤੋਂ ਉੱਤੇ ਕੁਛ ਨਹੀਂ। ਉਹ ਗੁਰੂ ਮੰਤਰ ਵੀ ਕਹਿੰਦੇ ਨੇ ਜਿਹਨੂੰ। ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮੈਂ ਉਸ ਸ਼ਬਦ ਨੂੰ, ਮੇਰੇ ਪ੍ਰਾਣਾਂ ਦੇ ਵਿੱਚ ਸ਼ਬਦ ਚਲਾ ਗਿਆ, ਫਿਰ ਪ੍ਰਾਣਾਂ ਦੇ ਵਿੱਚ ਚਲਾ ਗਿਆ ਤੇ ਬਹੁੜ ਜਨਮ ਨਾ ਆਵਾਂ। ਇਹ ਸਾਡੇ ਵਾਸਤੇ ਵੇ। ਤੇ ਹੁਣ ਮਹਾਰਾਜ ਫਿਰ ਅੱਗੇ ਦੂਜੇ ਬੰਦ ਵਿੱਚ ਕਹਿ ਰਹੇ ਨੇ, ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ। ਉਹ ਪਰਮਾਤਮਾ ਅਗਮ ਹੈ। ਗਮ ਹੁੰਦਾ ਪਹੁੰਚ, ਉਹ ਅਗਮ ਹੈ, ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਉਹ ਸਾਰਿਆਂ ਤੱਕ ਪਹੁੰਚਿਆ ਆ। ਉਹ ਤੁਹਾਡੇ ਮੇਰੇ ਸਾਰਿਆਂ ਵਿੱਚ ਹੈ। ਉਹੀ ਤੇ ਹੈ, ਪਰ ਅਸੀਂ ਨਹੀਂ ਪਹੁੰਚ ਪਾ ਰਹੇ ਉਹਦੇ। ਅਸੀਂ ਸਮਝ ਹੀ ਨਹੀਂ ਪਾਏ
कि ਜਿਹੜਾ ਰੱਬ ਮੇਰੇ ਵਿੱਚ ਹੈ ਉਹ ਸਾਰਿਆਂ ਵਿੱਚ ਹੈ। ਇਹ ਸਾਰਿਆਂ ਦੇ ਈਰਖਾ ਦੁਐਸ਼ ਸਭ ਹੀ ਹਟ ਜਾਣ। ਕਦੋਂ? ਜਦੋਂ ਇਹ ਪਤਾ ਲੱਗ ਜਾਏ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਫਿਰ ਦਰਾਣੀ ਜਠਾਣੀ ਨੂੰ ਸੱਸ ਭਰਾਵਾਂ ਭੈਣ ਭਰਾਵਾਂ ਸਮਾਜ ਦੇ ਨਾਲ ਝਗੜੇ ਹੀ ਮੁੱਕ ਜਾਣ। ਝਗੜੇ ਤਾਂ ਨੇ ਕਿ ਅਸੀਂ ਉਸ ਪਰਮਾਤਮਾ ਨੂੰ ਸਮਝ ਹੀ ਨਹੀਂ ਪਾਏ। ਉਹ ਸਹਿਸ ਤਵ ਨੈਣ ਨੰਨਾ ਨੈਣ ਹੈ ਤੋਏ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਚਾਨਣ ਸਭ ਮੈਂ ਚਾਨਣ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਹੀ ਉਹ ਪ੍ਰਗਟ ਹੋਣੀ ਹੈ। ਜਦੋਂ ਤੱਕ ਗੁਰੂ ਦੀ ਸਿੱਖਿਆ ਨਹੀਂ ਲਾਂਗੇ ਤਾਂ ਸਿੱਖਿਆ ਲਵਾਂਗੇ ਤੇ ਪਤਾ ਲੱਗ ਜਾਏਗਾ ਕਿ ਉਹ ਅਗਮ ਹੈ, ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਅਗੋਚਰ ਜਿੱਥੇ ਸਾਡੀਆਂ ਇਹ ਇੰਦਰੀਆਂ ਨਹੀਂ, ਇਹ ਅੱਖਾਂ ਨਹੀਂ ਪਹੁੰਚ ਸਕਦੀਆਂ। ਤੁਸੀਂ ਕਹੋ ਇਹ ਅੱਖਾਂ ਨਾਲ ਮੈਂ ਰੱਬ ਵੇਖ ਲਾਂ, ਨਹੀਂ। ਸੇ ਅਖੜੀਆਂ ਬਿਆਨ ਜਿੰਨਾ ਦਿਸੰਦਰੋਂ ਮਾਂ ਪੀਰੀ। ਉਹ ਅੱਖਾਂ ਜਿਹੜੀਆਂ ਰੱਬ ਨੂੰ ਵੇਖਣੀਆਂ ਨੇ ਉਹ ਹੋਰ ਨੇ, ਉਹ ਇਹ ਅੱਖਾਂ ਨਹੀਂ ਨੇ। ਉਹ ਅਗੋਚਰ ਹੈ, ਉਹ ਸਾਡੀਆਂ ਗਿਆਨ ਕਰਮ ਇੰਦਰੀਆਂ ਤੋਂ ਪਰੇ ਹੈ। ਉਹ ਪਕੜ 'ਚ ਨਹੀਂ ਆ ਸਕਦਾ। ਅਲੱਖ ਜਿਹਨੂੰ ਲੱਖਿਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਕੋਈ ਲੱਖ ਨਹੀਂ ਸਕਦਾ ਬਈ ਐਨਾ ਹੈ ਪਰਮਾਤਮਾ। ਤਾਂ ਹੀ ਉਹਨੂੰ ਮਹਾਰਾਜ ਨੇ ਅਲੱਖ ਕਹਿ ਦਿੱਤਾ ਕਿ ਉਹ ਲੱਖਿਆ ਨਹੀਂ, ਲੱਖੀ ਨਾ ਜਾਈ ਤੇਰੀ ਲੀਲਾ। ਪਰ ਪਾਰ ਬ੍ਰਹਮ ਦੀ ਲੀਲਾ ਨੂੰ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਵੱਡਾ ਹੈ। ਅਪਾਰਾ, ਉਹਦਾ ਪਾਰਾਵਾਰ ਕੋਈ ਨਹੀਂ ਹੈ। ਸਭ ਦਾ ਪਾਰਾਵਾਰ ਹੈ, ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ, ਅਪਾਰਾ ਹੈ। ਚਿੰਤਾ ਕਰੋ ਹਮਾਰੀ, ਹੈ ਪਰਮਾਤਮਾ ਤੁਸੀਂ ਸਾਡੇ ਸਭ ਜੀਵਾਂ ਦੀ ਸੰਭਾਲ ਕਰੋ, ਚਿੰਤਾ ਕਰੋ, ਕਿਉਂਕਿ ਤੁਸੀਂ ਅਗੰਮ ਹੋ, ਤੁਸੀਂ ਗੋਚਰ ਹੋ। ਸਾਡੇ ਸਾਰਿਆਂ ਦੀ ਚਿੰਤਾ ਕਰੋ। ਦੇਖੋ ਗੁਰੂ ਨਾਨਕ ਪਾਤਸ਼ਾਹ ਸਾਰੀ ਖਲਕਤ ਵਾਸਤੇ ਮੰਗ ਰਹੇ ਨੇ। ਤੇ ਅੱਗੋਂ ਮਾਰ ਕਹਿੰਦੇ ਨੇ ਕਿਉਂ? ਕਿਉਂਕਿ ਜਲ ਥਲ ਮਈਲ ਭਰਪੁਰ ਲੀਨਾ ਘਟ ਘਟ ਜੋਤ ਤੁਮਾਰੀ। ਇਹ ਪਰਮਾਤਮਾ ਤੁਸੀਂ ਜਲ ਵਿੱਚ ਵੀ ਹੋ, ਥਲ ਤੇ ਵੀ ਹੋ। ਮਈਲ ਅਲ ਹੁੰਦਾ ਹੈ ਆਕਾਸ਼ ਤੇ ਮਈ ਹੁੰਦੀ ਧਰਤੀ। ਧਰਤੀ ਆਕਾਸ਼ ਪਤਾਲ ਭਾਵ ਸਭ ਜਗ੍ਹਾ ਭਰਪੂਰ ਲੀਨਾ। ਤੁਸੀਂ ਨਕਾ ਨਕ ਹਰ ਜਗ੍ਹਾ ਤੇ ਭਰਪੂਰ ਹੋ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮਾਤਮਾ ਤੁਹਾਡਾ ਵਾਸਾ ਨਹੀਂ ਹੈ। ਘਟ ਘਟ ਜੋਤ ਤੁਮਾਰੀ, ਸਾਰੇ ਜੀਵ ਜੰਤੂਆਂ ਦੇ ਵਿੱਚ ਤੁਹਾਡੀ ਜੋਤ ਹੈ। ਜੇ ਸਮਝ ਆ ਗਈ ਤੇ ਝਗੜੇ ਹੀ ਮੁੱਕ ਜਾਣਗੇ। ਜੇ ਮੈਨੂੰ ਇੰਨਾ ਪਤਾ ਲੱਗ ਗਿਆ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ, ਝਗੜਾ ਕਾਹਦਾ ਹੈ? ਤਾਂ ਮਹਾਰਾਜ ਫਿਰ ਤੀਜੇ ਬੰਦ ਵਿੱਚ ਕਹਿ ਰਹੇ ਨੇ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ। ਸਿੱਖ ਮਤ, हे परमात्मा ਮੈਨੂੰ ਐਸੀ ਮਤ ਦੇ, ਸਿੱਖਿਆ ਦੇ ਕਿ ਇਹ ਸਭ ਜੀਵਾਂ ਤੋਂ ਤੈਥੋਂ ਹੀ ਮਿਲਦੀ ਹੈ। ਜਿੰਨੀਆਂ ਵੀ ਸਾਡੀ ਅਕਲ ਸੂਝ, ਇੰਟੈਲੀਜੈਂਸੀ ਕਹਿ ਲਓ, ਬੁੱਧਤਾ ਕਹਿ ਲਓ, ਗਿਆਨ ਕਹਿ ਲਓ, ਉਹ ਪਰਮਾਤਮਾ ਦੇ ਘਰ ਦਾ ਖਜ਼ਾਨਾ ਕਹਿ ਲਓ। ਇਹ ਮਹਾਰਾਜ ਕਹਿੰਦੇ ਨੇ ਇਹ ਸਾਰੀ ਬੁੱਧ ਹੈ ਨਾ ਜਿਹੜੀ, ਇਹ ਤੁਹਾਡੇ ਘਰੋਂ ਹੀ ਮਿਲਦੀ ਹੈ, ਹੋਰ ਕੋਈ ਆਪਣੀ ਬੁੱਧ ਨਾਲ ਨਹੀਂ। ਸਾਰੀ ਸਿੱਖਿਆਵਾਂ ਗਿਆਨ ਹੈ ਪਰਮਾਤਮਾ ਤੁਹਾਡੇ ਕੋਲੋਂ ਸਭ ਨੂੰ ਪ੍ਰਾਪਤ ਕੀਤਾ ਹੈ। ਕੋਈ ਐਸਾ ਸਰੀਰ ਨਹੀਂ ਜਿਨੇ ਤੁਹਾਡੇ ਤੋਂ ਬਿਨਾਂ ਗਿਆਨ ਲੈ ਕੇ ਸੰਸਾਰ ਵਿੱਚ ਮਤ ਚਲਾ ਰਿਹਾ ਹੋਵੇ। ਜੇ ਕੋਈ ਮਾੜਾ ਹੈ ਮਤ, ਉਹ ਵੀ ਪਰਮਾਤਮਾ ਤੁਸੀਂ ਉਹਦੇ ਵਿੱਚ ਪਾਈ ਹੋਈ ਹੈ। ਜੇ ਕੋਈ ਚੰਗਾ ਹੈ ਉਹ ਵੀ ਮਤ ਤੁਸੀਂ ਪਾਈ ਹੈ। ਤੋ ਮਹਾਰਾਜ ਕਹਿੰਦੇ ਨੇ ਸਿੱਖ ਮਤ ਸਭ ਬੁੱਧ ਤੁਮਾਰੀ। ਸਾਰੀ ਸਿੱਖਿਆਵਾਂ ਸਾਰੀਆਂ ਇਹ ਤੁਹਾਡੀਆਂ ਹੀ, ਇਹ ਸਿੱਖਿਆਵਾਂ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਨੇ। ਮੰਦਰ ਛਾਵਾਂ ਤੇਰੇ, ਇਹ ਸਾਰੇ ਹੀ ਸਰੀਰ ਜਿਹੜੇ ਨੇ, ਸਾਰੇ ਹੀ ਰੂਪ ਸਭ ਤੇਰੇ ਹੀ ਬਣਾਏ ਹੋਏ ਨੇ ਔਰ ਤੂੰ ਹੀ ਇਹਨਾਂ ਨੂੰ ਚਲਾ ਰਿਹਾ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਇਹ ਪਰਮਾਤਮਾ ਹੁਣ ਮੇਰੇ ਤੇ ਇੱਕ ਕਿਰਪਾ ਕਰ, ਮੈਨੂੰ ਤੌਫੀਕ ਬਖਸ਼ ਕਿ ਮੈਂ ਤੇਰੇ ਤੋਂ ਬਗੈਰ ਮੇਰੇ ਮਾਲਕ, ਮੇਰੇ ਸਾਹਿਬਾ, ਸਾਹਿਬ ਹੁੰਦਾ ਮਾਲਕ, ਹੋਰ ਕਿਸੇ ਨੂੰ ਨਾ ਵੇਖਾਂ। ਤੁਧ ਬਿਨ ਦੂਜਾ ਨਾ ਹੀ ਕੋਏ
तू करतार करे सो होए, तेरा जोड़ तेरी मन टेक, सदा सदा जप नानक एक, तुझ बिन दूजा नाही कोय, तुझ बिन अवर नाही मैं दूजा, तू मेरे मन माही। मारे कहते ने तेरे तो बगैर मैनू कोई नज़र ही ना आवे, कोई है ही नहीं। देखो दूजा होएगा, हूँ घर दे विच असीं 4 रब बनाए होणगे तो फिर साडी बिरती कित्थों टिकेगी। जे सारे परिवार ने यही सोच लिया, संसार ने यही सोच लिया कि ओदे तो बगैर है ही नहीं, कोई भी नहीं है, तुझ बिन अवर ना जाना मेरे साहिबा, फिर की होएगा, फिर सारे ओदे ही गुण गाणगे, गुण गावां नित तेरे। अज परमात्मा दे क्यों लोकी गुण नहीं गा रहे? क्योंकि हर एक ने अपने अपने कोई 33 करोड़ देवते मान ले, कोई किसे दा, मैं वेखना किसी ने घर विच किसे बाबे की फोटो लाई है, किसी ने किसे बाबे की लाई है, बड़ा प्रचार करीदा जाके, गुस्सा भी मन जाते हैं जी। सब है बाबे की कृपा है। तो जो वड्डा बाबा बैठा है जिन्हें इस बाबे नूं बनाया है, किसी ने मैनू कहा जी ये बाबा जी की कृपा है। मैं क्या बाबा जी कित्थे ने? कहते वो तो परलोक सुधार गए ने। तो मैं बाबा जी की उम्र कितनी सी? 70 साल। तो मैं क्या 70 साल तो पहला कौन कृपा कर रहा सी? समझण की गल है। सत्कार करो सबदा, पर किसी नूं रब ना थाप दो, किसी नूं रब ना बना दो। रब कोई भी नहीं, वो इको ही है। साए मेरा एको है भाई, एको है। असी किन्ने रब बना ले जी, ये फलाना रब हर एक दे नाल, ये भगवान हो गया, ये भी भगवान हो गया, ये भी भगवान हो गया। गुरु नानक पातशाह ने यही तो कहा सी, वो भगवान कोई भी नहीं, भगवान एक ही है, एक ओंकार। तुसीं एवें 3 रब बनाई बैठे हो। तो महाराज कहते ने मैं ओदे गुण गाओ, तुझ बिन अवर ना जाना मेरे साहिबा। ये गल्लां विच ना रवे गल खाली। जदों गुरसिख ते खास तौर पर मैं कहांगा, मेरी गल का ध्यान तवज्जो देना, गुरसिख ते खास तौर पर ध्यान रखे कि ओदे वास्ते ते बाबा इको ही है। दुनिया दे बाबे होणगे, वो बाबा ते साडा एक बाबा अकाल, दूजा रबाबी मरदाना। साडा बाबा ते बाबा नानक ही है, होर कोई दूजा है ही नहीं। देखो दूजा होएगा तो मैं उसकी सिफत कराना। जिस दिन सानू एक दे नाल ध्यान आ गया तो साड़ी सुरत भंग नहीं होएगी। मैं साफ कह दूँ, सुरत उदों भंग होंदी है जदों असीं बाबे बड़े बना लैंदे आ, जदों रब बड़े बना लैंदे आ। ला दो फोटोआं घरां दे विच, सत्कार करो। कुछ नहीं रखिया, किसी ने कुछ नहीं दिता। पता नहीं बाबा जी किस जूनी विच आए होणगे, असीं पूजन लग पे। ते जे वो गदी दी जूनी च गए तो सानू ही उत्थे जाना पेगा ना। तो असीं उस नूं जपीए ना जिहड़ा अजूनी है, जिहड़ा आप ही जूना च नहीं, तो फिर सानू कित्थों जूना च पाएगा। यही भुलेखा है। कोई किसी पशु नूं पूज रहा है, कोई चूहे नूं पूज रहा है, कोई किसी नूं पूज रहा है। तो जे वजह पूजांगे तो असीं वो वजह ही बनना है। असीं पूजो राम एक ही देवा, इको ही देव है। वो केड़ा वे? गुरु जैसा ना ही को देव। साडा ते देवता रब, गुरु तो जैसा कोई है ही नहीं। साडे वास्ते गुर ईश्वर, गुर गोरख बर्मा, गुर पार्वती माई। साडा ब्रह्मा ही, जो लोग ब्रह्मा नूं गुरु मनदे ने, साडा गुरु ही ब्रह्मा है, गुरु ही ईश्वर है। असीं ते गुरु नानक विच ही सब कुछ लभ ले, सानू बाहर जाण दी लोड़ ही नहीं। पर कदों? जदों मैं गुरु नानक नूं खाली कहण विच नहीं आ, मैं मन्नण विच भी आवां कि नहीं मैं धन गुरु नानक करे जाइए, गल नहीं बननी। ते गुरु नानक तो अलावा फिर गुरु नानक के सिद्धांत नूं भी समझना पेगा। कह ते मैं धन गुरु नानक रह रहा, माला भी फड़ीए ते हत्थ च मोली बन के, हाँ जी, तो इस तरह के असीं काम वर्त भी रख रहे हैं। तो गुरु नानक पातशाह ते गल्लां कईयां ही नहीं है। तो ना उन्होंने कोई जनेऊ पाया, दया कपास संतोख, जी उन्होंने कहा जी मैनू वो वजह मैनू पाओ, ऐसा कोई
ਜੱਤ ਵੰਡੀ ਵਾਲਾ, ਜਿਹਦੇ ਵਿੱਚ ਐਸਾ ਮੈਨੂੰ ਜਨੇਊ ਦਿਓ ਜਿਹੜਾ ਮੇਰਾ ਅੱਗੇ ਤੱਕ ਨਿਭ ਨਾ ਹੋਵੇ, ਇਹ ਤੇ ਸੜ ਜਾਣਾ ਹੈ। ਹਾਈ ਤਾਂ ਭਾਂਡੇ ਕੱਟ, ਜੇ ਐਸਾ ਕੋਈ ਤੇਰੇ ਕੋਲ ਹੈਗਾ ਹੀ ਤਾਂ ਕੱਢ ਕੇ ਦੇ ਮੈਨੂੰ। ਅਸੀਂ ਗੁਰੂ ਨਾਨਕ ਕਹਿਣ ਨਾਲ ਗੁਰੂ ਨਹੀਂ ਅਸੀਂ ਬਣ ਜਾਣਾ ਸਿੱਖ, ਗੁਰੂ ਦੀ ਸਿੱਖਿਆ ਦੇ ਨਾਲ ਬਣਨਾ ਹੈ। ਅੱਜ ਮੈਂ ਬੜੇ ਬੰਦੇ ਵੇਖਣਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇ ਜਦੋਂ ਨਰਾਤੇ ਆ ਰਹੇ ਨੇ, ਫਲਾਣੀਆਂ ਚੀਜ਼ਾਂ ਆ ਰਹੀਆਂ ਨੇ, ਹੱਥ 'ਚ ਮੋਲੀਆਂ ਬੰਨੀਆਂ ਨੇ ਤੇ ਨੱਗ ਪਾਏ ਨੇ, ਪਰ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਮੈਂ ਕਿਹਾ ਨਹੀਂ, ਸਿੱਖ ਨਹੀਂ ਹਾਂ। ਗੁਰੂ ਨਾਨਕ ਕੋਲ ਪੁੱਛੋ, ਇਹੀ ਕਹਿ ਰਹੇ ਨੇ ਕਿ ਮਾਲਕ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬ। ਫਿਰ ਅਸੀਂ ਐਰਾ ਗਵੈਰਾ ਨੂੰ ਨਹੀਂ ਮੰਨਦੇ, ਫਿਰ ਅਸੀਂ ਸਿਰਫ ਗੁਰੂ ਨਾਨਕ ਨੂੰ ਹੀ ਮੰਨਦੇ ਹਾਂ। ਗੁਰੂ ਨਾਨਕ ਨੂੰ ਮੰਨਣਾ ਕੀ ਹੈ? ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨਣਾ। ਪਿਓ ਨੂੰ ਮੰਨਣਾ ਕੀ ਹੈ? ਪਿਓ ਨੂੰ ਰੋਜ਼ ਹੱਥ ਪੈਰੀ ਲਾਈ ਜਾਈਏ, ਗਲਵਕੜੀ ਲਾਈ ਜਾਈਏ, ਮੰਨ ਲਿਆ ਤੁਸੀਂ? ਨਹੀਂ, ਜਦੋਂ ਤੱਕ ਪਿਓ ਦੇ ਗੱਲ ਨੂੰ ਨਹੀਂ ਮੰਨਾਂਗੇ। ਪਿਓ ਕਹੇ ਜੀ ਮੇਰਾ ਕੰਮ ਕਰ ਦਿਓ, ਉਹ ਅਸੀਂ ਕੀਤਾ ਕਿਉਂ ਨਹੀਂ, ਤੇ ਅਸੀਂ ਗੁਰੂ ਨਾਨਕ ਦੇ ਪਿਤਾ ਦੇ ਸਿੱਖ ਹੋ ਗਏ। ਪਿਤਾ ਨਹੀਂ, ਫਿਰ ਇਸ ਤਰ੍ਹਾਂ ਗੱਲ ਨਹੀਂ ਬਣੀ। ਅਸੀਂ ਗਲਵਕੜੀ ਲੈ ਲਈਏ, ਰੋਜ਼ ਜਾ ਕੇ ਪੈਰੀ ਹੱਥ ਲਾਈਏ ਪਿਤਾ ਦੇ, ਪਿਤਾ ਕਹੇ ਕਿ ਇਹ ਬਾਜ਼ਾਰੋਂ ਇਹ ਕਾਰਜ ਕਰ ਦੇ, ਉਹ ਕਰੀਏ ਨਾ, ਤੇ ਪਿਤਾ ਦੇ ਹਿਸਾਬ ਨਾਲ ਪੁੱਤਰ ਹੋਵਾਂਗੇ ਅਸੀਂ। ਇਹੀ ਗੱਲ ਸੰਸਾਰ ਵਿੱਚ ਵਰਤ ਰਹੀ ਹੈ। ਪਿਤਾ ਪਿਤਾ ਕਹੀ ਜਾ ਰਹੇ ਨੇ, ਚੀਜ਼ਾਂ ਮੰਗੀ ਜਾ ਰਹੇ ਨੇ, ਨਾਮ ਆਪਣਾ ਵਾਵਾ ਕਰਾਈ ਜਾ ਰਹੇ ਨੇ, ਪਰ ਪਿਤਾ ਦੇ ਸਿਧਾਂਤ ਨੂੰ ਨਹੀਂ ਪਤਾ ਲੱਗ ਰਿਹਾ। ਮੰਨੋ ਨਾ, ਫਿਰ ਬਣੋ ਗੁਰੂ ਵਾਲੇ। ਫਿਰ ਇਹ ਸੋਚੇ ਮੈਂ ਹੋਰ ਥਾਓ ਨਾ ਹੀ ਜਿਸ ਪੈ ਕਰੋ ਬੇਨੰਤੀ। ਉਹੀ ਬੰਦੇ ਨੇ ਦੇਵੀ ਦੇਵਤਿਆਂ ਦੀ ਵਾਰੀ ਲੈਣ 'ਚ ਵੀ ਲੱਗੇ ਹੁੰਦੇ ਨੇ, ਪਿਪਲਾਂ ਨੂੰ ਪੂਜ ਵੀ ਰਹੇ ਹੁੰਦੇ ਨੇ, ਤੇ ਧੰਨ ਗੁਰੂ ਨਾਨਕ ਵੀ ਕਹਿ ਰਹੇ ਨੇ ਨਹੀਂ ਭਾਈ, ਖਸਮ ਇੱਕ ਹੀ ਰੱਖੋ, ਬੇੜੀ ਇੱਕ ਤੇ ਹੀ ਪੈਰ ਰੱਖੋ। ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਕਦੀ ਵੀ ਡੁੱਬ ਸਕਦਾ ਜੇ। ਔਰ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਗਿਆਤ ਦਵਾ ਦੇਵਾਂ, ਤੁਸੀਂ ਆਪਣੀ ਰਹਿਤ ਮਰਿਆਦਾ ਪੜ੍ਹ ਲਓ। ਕੋਈ ਵੀ ਅੰਮ੍ਰਿਤਧਾਰੀ ਜਿਹੜਾ ਸਿੱਖ ਨਹੀਂ ਹੈ, ਉਹ ਗੁਰੂ ਘਰ ਦੇ ਵਿੱਚ ਸੰਗਤ ਵਿੱਚ ਉਪਦੇਸ਼ ਨਹੀਂ ਦੇ ਸਕਦਾ। ਬੇਸ਼ੱਕ ਭਾਵੇਂ ਉਹਨੇ ਰੂਪ ਬਣਾਇਆ ਹੋਵੇ, ਪਰ ਉਹ ਸੰਗਤ ਨੂੰ ਮੁਖਾਤਬ ਨਹੀਂ ਕਰ ਸਕਦਾ। ਅੱਜ ਮੈਂ ਵੇਖਣਾ ਕਈ ਗੁਰਦੁਆਰਿਆਂ ਦੇ ਵਿੱਚ ਖੜੇ ਹੋ ਕੇ ਜਿਹੜੇ ਅੰਮ੍ਰਿਤਧਾਰੀ ਨਹੀਂ ਨੇ, ਉਹ ਅੰਮ੍ਰਿਤਧਾਰੀਆਂ ਨੂੰ ਉਪਦੇਸ਼ ਦੇ ਰਹੇ ਹੁੰਦੇ ਨੇ। ਹੱਦ ਮੁੱਕ ਗਈ ਹੈ। ਖਾਲੀ ਬਾਣੇ ਦੇ ਨਾਲ ਨਹੀਂ ਹੈ, ਗੁਰੂ ਦੀ ਮੰਤਰ ਨੂੰ ਵੀ ਦ੍ਰਿੜ ਕਰਾ ਕੇ ਉਹ ਉਪਦੇਸ਼ ਦੇ ਸਕਦਾ। ਮੈਂ ਨਹੀਂ ਕਹਿ ਰਿਹਾ, ਰਹਿਤ ਮਰਿਆਦਾ ਪੜ੍ਹ ਲਓ, ਉਹਦੇ ਵਿੱਚ ਸਾਫ਼ ਲਿਖਿਆ ਹੈ ਜਿਹੜਾ ਬੇਅਮਰਤੀਆ ਹੈ ਉਹ ਗੁਰੂ ਦੀ ਸੰਗਤ ਵਿੱਚ ਉਪਦੇਸ਼ ਨਹੀਂ ਦੇ ਸਕਦਾ, ਉਹਨੂੰ ਹੁਕਮ ਨਹੀਂ ਹੈ। ਤੁਹਾਡੇ ਗਿਆਤ 'ਚ ਇਹ ਵੀ ਕਹਿ ਦੇਵਾਂ, ਜੇ ਮੈਂ ਕੋਈ ਗਲਤ ਹੋਵਾਂ ਤੇ ਤੁਹਾਨੂੰ ਨਾਲੇਜ ਹੋਏਗੀ ਚਮਨਜੀਤ ਸਿੰਘ ਜੀ ਨੂੰ ਕਿਉਂ ਸਟੇਜ ਤੋਂ ਉਤਾਰਤਾ ਸੀ। ਕਿਉਂਕਿ ਉਹਨਾਂ ਨੂੰ ਕਿਹਾ ਸੀ ਤੁਸੀਂ ਉਪਦੇਸ਼ ਨਹੀਂ ਦੇ ਸਕਦੇ, ਤੁਸੀਂ ਸੰਗਤ ਨੂੰ ਕਿਵੇਂ ਕਹੋਗੇ ਕਿ ਅੰਮ੍ਰਿਤ ਛਕੋ, ਆਪ ਤੇ ਛਕਿਆ ਨਹੀਂ। ਫਿਰ ਉਹਨਾਂ ਨੇ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ। ਸੋ ਮੇਰੇ ਕਹਿਣ ਤੋਂ ਮੁਰਾਦ ਖਾਲੀ ਗੁਰੂ ਨਾਨਕ ਕਹਿਣਾ, ਗੁਰੂ ਗੋਬਿੰਦ ਸਿੰਘ ਕਹਿਣਾ ਸਿੱਖ ਨਹੀਂ ਬਣਾਂਗੇ, ਉਹਦੇ ਸਿਧਾਂਤ ਨੂੰ ਅਡਾਪਟ ਕਰਨਾ ਪਏਗਾ। ਤੁਮਾਰੇ ਕਹਿੰਦੇ ਤੁਝ ਵੀ ਨਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ। ਗੁਣ ਗਾਣਾ ਇਹੀ ਗੁਣ ਗਾਣੇ ਨੇ, ਉਹਦੀ ਗੱਲ ਨੂੰ ਮੰਨ ਲੈਣਾ ਹੀ ਗੁਣ ਗਾਣੇ ਨੇ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਵ ਚਿੰਤ ਤੁਧ ਪਾਸੇ। ਜੀ ਤੇ ਜੰਤ ਸਾਰੇ ਜੀਵ ਜੰਤੂ ਸਭ ਤੇਰੀ ਸ਼ਰਨ ਵਿੱਚ ਨੇ, ਤੇਰੀ ਸ਼ਰਨ ਤੋਂ ਬਾਹਰ ਕੋਈ ਵੀ ਨਹੀਂ। ਤੂੰ ਸਭ ਦੀ ਸਰਵ ਚਿੰਤ ਤੁਧ ਪਾਸੇ, ਸਾਰਿਆਂ ਦੀ ਚਿੰਤਾ ਸੰਭਾਲ ਤੂੰ ਹੀ ਕਰ ਰਿਹਾ, ਹੋਰ ਕੋਈ ਨਹੀਂ ਕਰ ਰਿਹਾ। ਛੱਡ ਦੋ ਕਿ ਉਹ ਫਲਾਣਾ ਕਰ ਰਿਹਾ, ਉਹ ਨਹੀਂ ਕਰੇਗਾ ਤੇ ਇਹ ਨਹੀਂ ਹੋਏਗਾ, ਨਹੀਂ, ਕਰਨ ਵਾਲਾ ਉਹੀ ਹੋਈ ਹੈ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਕੇ ਅੰਤਰ ਜਾਮੀ। ਕਰਮ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਤੋ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਇਹ ਅਰਦਾਸ ਕਰਦੇ ਹੈ ਗੁਰੂ ਨਾਨਕ ਪਾਤਸ਼ਾਹ ਕਿ ਜੋ ਤੈਨੂੰ ਚੰਗਾ ਲੱਗਦਾ ਨਾ ਤੂੰ ਉਹੀ ਕਰ, ਉਹੀ ਕਰ ਰਿਹਾ ਹੈ ਤੂੰ। ਔਰ ਪਰਮਾਤਮਾ ਨੂੰ ਜੋ ਗੱਲ ਚੰਗੀ ਲੱਗਣੀ, ਗੱਲ ਹੋਣੀ ਵੀ ਉਹੀ ਹੋਈ ਜੇ। ਅਸੀਂ ਜਿੰਨੇ ਹੱਥ ਪੈਰ ਮਾਰ ਲਈਏ ਮਰਜ਼ੀ, ਪਰ ਅਸੀਂ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਨਾ ਜਾਈਏ। ਇਹ ਅਰਦਾਸ ਕਰੋ ਕਿ ਹੇ ਪਰਮਾਤਮਾ, ਮੈਂ ਔਰ ਤੁਸੀਂ ਅਸੀਂ ਉਸ ਦੀ ਰਜ਼ਾ ਨੂੰ ਮੰਨ ਲਈਏ। ਅਸੀਂ ਮੰਨਦੇ ਨਹੀਂ ਹਾਂ। ਕਿਸੇ ਦੀ ਮੌਤ ਹੋਈ, ਸਪੋਜ਼, ਧਿਆਨ ਦੇਣਾ, ਮੌਤ ਹੋਈ, ਅਸੀਂ ਉਹਦੇ ਘਰ ਗਏ, ਜੀ ਰੱਬ ਨੇ ਬੜਾ ਮਾੜਾ ਕੀਤਾ, ਰੱਬ ਨੇ ਬੜਾ ਮਾੜਾ ਕੀਤਾ ਕਹਿ ਕੇ ਆਨੇ ਆ। ਅਸੀਂ ਦੇਖੋ ਰੱਬ ਦੇ ਵਿਰੋਧੀ ਬਣ ਕੇ ਤਾਂ ਅਸੀਂ ਪਹਿਲਾਂ ਹੀ ਗਏ ਹਾਂ।
रब कहता तैनूं मैं भेजिया सी किसी की मौत ते जाके है उन्होंने परचोनी करनी है, उन्होंने रजा बुलानी है, तू जाके मेरा ही विरोधी बन गया। तो फिर पंक्ति कित्थों आएगी, जो तुद भावे सोई चंगा। मारे तो रोज कहते ने जो तुद भावे साई भलीकार तू सदा सलामत ने। ਇਹਦਾ मतलब है मौत रब नूं तू कोस के आ गया ਉਹਦੇ ਘਰ। ਕਿਸੇ ਨੂੰ रजा बुलाण गया मौत ते गया, रब ने बड़ा माड़ा कीता है। वो भी अगों हाँ जी छोटे छोटे बच्चे सन, रब ने बड़ा माड़ा कीता है। ਇਹਦਾ मतलब है रब दा तू विरोधी बन गया, तू रब नूं गाइड कर रहे हैं, तो रब नूं तू दोषी बना के घर आ गया। नहीं भाई, रब दोषी नहीं है, तू ਉਹਦੀ रजा नूं समझ नहीं पाया। उन्हें तो खो लेनी चीज़, उन्हें पहला ही कही सी चीज़ मैं दे रहा, जां तिस भाणा ता जम्मिया परिवार भला पाया। जे जम्मिया भाणे विच जम्मिया ही तो भाणे विच इन्हें चले जाना है। जो जम्मिया सी उदों तो खुशियां मनाइया, कोई चीज़ दिती तो हुण लईए तो रो क्यों रहे हैं? क्योंकि असी भाणे नूं मन नहीं रहे, असी रब दे विरोधी हो गए, रब दे नुक्स कड्ढण लग पे। नहीं बड़ा माड़ा, तैनूं कहना चाहिए सी रब दा भाणे विच मौत होई है, अरदास करो इस भाणे नूं, इस जो आई औखी घड़ी नूं मैं संभाल सकां, मेरी ताकत दवो, मेरी पायां बख्शो महाराज। पर असी जाके की किया, बड़ा माड़ा कीता रब ने, ये बड़ा ही माड़ा कीता है। वो भी अगों हाँ रब ने कितना माड़ा कीता है, कुछ विआह देख जांदा। अरे भाई तुसी रब ने तुहाडे अकॉर्डिंग नहीं चलना, रब ने अपने अकॉर्डिंग चलना है। वो मारे कहते जो तुद भावे सोई चंगा। ਇਹਦਾ मतलब रब दा कीता तैनूं चंगा। जदों ने 30 साल 40 साल तैनूं ऐश परस्ती दी, उदों तो तू चंगा नहीं किया। अज मौत हो गई, तू रब नूं माड़ा कह रहे हैं। नहीं महाराज, मेरे को गलती हो गई है, मैं मौत ते जाना ही अगों। मैं कदी नहीं उन्मुख तो कहांगा कि महाराज रब जी तुसी माड़ा कीता है। रब तुसी ते माड़ा करदे ही नहीं हो, तुहाडा ते सुभाव ही नहीं है ऐसा। तुसीं ते मिठ बोलना जी और सज्जन स्वामी बोला। हुण संभल थकी जी, वो कदे ना बोले कोड़ा, कोड़ा बोलना जाने पूरन भगवाने उगण को ना चितारे। वो तो कोड़ा बोलना ही नहीं जानता, तो असी उहदे ते जाके तोमर लगा दी भाई परमात्मा तुसी ये चीज़ माड़ी कीती है। नहीं, को जी परमात्मा दी रजा है, ਉਹਦੇ कुछ जो पाने विच होना है। इस हिसाब नाल ते गुरु गोबिंद सिंह महाराज ढाइयां मार के रोंदे। यही गुरु नानक पातशाह ने, गुरु गोबिंद सिंह महाराज ने जदों चारों लाल शहीद होए तो यही तो गल सी, जो तुद भावै सोई चंगा। ये गुरु गोबिंद सिंह महाराज ने सानू पूरने पा के दसे ने कि सिखा घर दे विच दुख आए सुख आए, कदी परमात्मा नू ना कोस कि बड़ा माड़ा होया है। ऐदा मतलब तू परमात्मा दा विरोधी है, तैनूं परमात्मा दी रजा, तैनूं असी मन लै रजा ओदी। हुक्म रजाई चलना नानक लिखिया नाल, ये धूरों ही लिखिया होया है। जिन्ने संबंध ने माँ धी दे, माँ पुत्र दे, वाइफ हसबैंड दे, उन्ने ही रहने ने। ते जदों उन्हें चीज़ खोनी है तो उन्होंने रजा नूं चंगा समझ के जो तुद भावे साई भली कार, चंगी गल है जो तू कीता है, वाह वाह। इन्ना ही समा बख्शिया है, 40 साल सानू कट्ठे रहन वास्ते दिते, वाह वाह महाराज शुक्र है तुहाडा। ते साडी भटकना ही मुक जाएगी। भटकना उदों हुंदी है जब कोई चीज़ खो, यह तो सानू पता ही है, पहले दिन तो ही पता सी कि ये चीज़ तो खोनी खोनी है, ये तो जानी जानी है, या मैं जाना है या घरों जाना है। तो महाराज कहते ने एक नानक की अरदास है, मैं तेरे अगे अरदास बेनती करना वा कि तेरी इस रजा नू हुक्म नू मैं समझ सकां, चंगा मन सकां। गुरसिख दी यही निशानी है। मैनू याद है कह के मैं समाप्ति करा, किसी पीरा गढ़ी विच साडे मित्र दे जवान मुंडे दी मौत हो गई, 18 साल दे करंट लग गया तो डैथ हो गई। 20-25 साल पुरानी गल है। असी उसनू मिलन गए तो फादर नू जाके असी कहा जी बड़ा माड़ा होया है, तो वो कह गए गुरमुखो तुसी ये वर्ड बोल रहे हो। पता उन्होंने की किया, कहने बहुत चंगा होया है, जिहदी चीज़ सी उहदे कोल चली गई है। यही गुरमताई है, चेहरे ते शिकन नहीं है। वो कहते ने ये जे 18 साल का गया है,
ਜੇ ਉਹ 28 ਦਾ ਵੀ ਖੋਹ ਲੈਂਦਾ, ਉਹ 5 ਦਾ ਵੀ ਖੋਹ, ਕਹਿੰਦੇ ਮੈਂ ਤੇ 18 ਦਾ ਸ਼ੁਕਰ ਕਰ ਰਿਹਾ ਕਿ ਉਹਨੇ ਸਾਨੂੰ 18 ਸਾਲ ਇਹਦੇ ਨਾਲ ਰਹਿਣ ਵਾਸਤੇ ਦਿੱਤੇ ਤੇ ਸਹੀ। ਦੇਖੋ ਸੋਚ, ਕਹਿੰਦੇ ਜੇ 10 ਸਾਲ ਹੋਰ ਜੀ ਜਾਂਦਾ ਜ਼ਿਆਦਾ ਹੀ ਦੁੱਖਾਂ ਵਿੱਚ ਜਾਂਦਾ। ਕਹਿੰਦੇ ਜੋ ਰੱਬ ਕਰਦਾ ਹੈ ਨਾ, ਚੰਗਾ ਹੀ ਕਰਦਾ ਹੈ। ਜਿਤਨੇ ਸਵਾਸ ਦਿੱਤੇ ਨੇ, ਜਿਤਨੇ ਸੰਬੰਧ ਦਿੱਤੇ ਨੇ, ਜੇ ਜਿਸ ਦਿਨ ਅਸੀਂ ਮੰਨ ਲਈਏ ਤੇ ਸਮਝ ਲਓ ਇਸ ਸ਼ਬਦ ਨੂੰ ਅਸੀਂ ਸਮਝ ਜਾਵਾਂਗੇ, ਜੋ ਤੁਧ ਭਾਵੇ ਸੋਈ ਚੰਗਾ। ਬਸ ਚੰਗਾ ਮਹਾਰਾਜ, ਜੋ ਕੀਤਾ ਤੁਸੀਂ ਵਾਹ ਵਾਹ, ਜੋ ਕਰੋਗੇ ਵਾਹ ਵਾਹ, ਬਸ ਗੱਲ ਹੀ ਮੁੱਕ ਗਈ। ਜਕਾਰਿਆਂ ਦੇ ਨਾਲ ਸੰਸਕਾਰ ਹੋਏ, ਖੁਸ਼ੀ ਦਾ ਪ੍ਰਗਟਾਵਾ। ਇਹੀ ਤੇ ਵੀ ਮੀਰ ਮੰਨੂ ਦੀ ਜੇਲ੍ਹ ਵਿੱਚ ਟੋਟੇ ਟੋਟੇ ਸਰੀਰ ਕਰਾ ਕੇ ਬੱਚਿਆਂ ਦੇ ਜੰਮਦੇ, ਉਹਨਾਂ ਦੀ ਗੋਦ ਦੇ ਵਿੱਚੋਂ ਬੱਚੇ ਚੁੱਕ ਕੇ ਟੋਟੇ ਕਰਕੇ ਤੇ ਉਹਨਾਂ ਨੂੰ ਪਰੋ ਕੇ ਧਾਗੇ ਵਿੱਚ ਤੇ ਉਹਨਾਂ ਦੇ ਗਲਾਂ ਵਿੱਚ ਪਵਾਏ ਤੇ ਭਾਣੇ ਨੂੰ ਮੰਨ ਲਿਆ। ਰੋਏ ਨਹੀਂ ਆ ਮਾਵਾਂ, ਤੇ ਇਹੀ ਕਿਹਾ ਕਿ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਕਿਹਦੇ ਅੱਗੇ ਰੋਸ ਕਰੀਏ? ਉਹਦੀ ਚੀਜ਼ ਸੀ ਲੈ ਲਈ। ਇਹੀ ਗੱਲ ਕਹੀ, ਭਾਣੇ ਅੰਦਰ ਪਿਛਲਾ 4 ਪੈਰ ਦਿਨ ਸੁੱਖਾਂ ਭਰਿਆ ਬਤੀਤ ਹੋਇਆ, ਆਈ ਰਾਤਰੀ ਸੁੱਖਾਂ। ਜਿਹੜੇ ਵੱਢਣ ਵਾਲੇ ਸੀ ਉਹ ਕਹਿੰਦੇ ਨੇ ਹੁਣ ਵੀ ਪਰਮਾਤਮਾ ਦਾ ਸ਼ੁਕਰ ਕਰ ਰਹੇ ਨੇ, ਵਾਹਿਗੁਰੂ ਦਾ। ਇਹ ਗੁਰਸਿੱਖੀ ਦੇ ਅੰਦਰ ਇਹ ਚੀਜ਼ ਪ੍ਰਾਪਤ ਹੋਈ ਹੈ ਸਾਨੂੰ। ਇਹ ਗੁਰੂ ਨਾਨਕ ਦੇ ਘਰ ਚੀਜ਼ਾਂ ਨੇ ਕਿ ਸਿੱਖ ਢਾਈਆਂ ਮਾਰ ਕੇ ਰੋਏ ਨਾ, ਸਿੱਖ ਸ਼ੁਕਰਾਨੇ ਦੇ ਵਿੱਚ ਉਸ ਜੀ ਨੂੰ ਅਲਵਿਦਾ ਕਰੇ ਕਿ ਸ਼ੁਕਰ ਹੈ ਮਹਾਰਾਜ, ਇਸ ਜੀਵ ਦਾ ਮੇਰੇ 40 ਸਾਲ ਮੈਨੂੰ ਦਿੱਤੇ। ਕਈ ਤੇ ਐਸੇ ਵੀ ਨੇ 6 ਸਾਲਾਂ ਵਿੱਚ ਖੋ ਲੈਂਦਾ, ਤੂੰ ਤੇ ਮੈਨੂੰ ਘਰਵਾਲੇ ਨਾਲ 40 ਸਾਲ ਦੇ ਦਿੱਤੇ, 35 ਸਾਲ ਦੇ ਦਿੱਤੇ। ਜਿਸ ਦਿਨ ਇਹ ਸਮਝ ਆ ਗਈ, ਉਸ ਦਿਨ ਇਹ ਪੰਕਤੀ ਦੇ ਅਸੀਂ ਪਾਤਰ ਬਣ ਜਾਵਾਂਗੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਇਹ ਨਾਨਕ ਦੀ ਅਰਦਾਸ ਹੈ ਕਿ ਜਿਹੜੇ ਵੀ ਕੰਮ ਨੇ ਸਭ ਮੈਨੂੰ ਚੰਗੇ ਲੱਗ ਪੈਣ। ਪਰਮਾਤਮਾ ਕਦੀ ਮਾੜਾ ਨਹੀਂ ਕਰਦਾ, ਉਹ ਤੇ ਸਦਾ ਦਿਆਲ ਹੈ ਭਾਈ, ਉਹ ਸਦਾ ਦਿਆਲ ਹੈ। ਸੋ ਮੇਰੀ ਇਤਨੀ ਸੇਵਾ ਪ੍ਰਵਾਨ ਕਰਨੀ। ਅੱਜ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕੇ ਅੱਜ ਸ਼ਬਦ ਹਜ਼ਾਰੇ ਦੇ 7 ਸ਼ਬਦਾਂ ਦੀ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕਰਕੇ ਸੇਵਾ ਲਈਏ। ਇਹ ਉਹਦਾ ਤਰਸ ਹੈ ਜੋ ਸੇਵਾ ਲਈਏ। ਮੇਰੀ ਸੇਵਾ ਪ੍ਰਵਾਨ ਕਰ ਲੈਣੀ।